Welcome to Apical Biology. Today we will start the species area relationship. ਜਿਵੇਂ ਕਿ ਬਾਇਓਡਾਇਵਰਸਿਟੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਸਪੀਸ਼ੀਜ਼ ਨੇ ਉਹਨਾਂ ਦਾ ਨੰਬਰ ਵੱਖਰੇ ਵੱਖਰੇ ਰੀਜਨਸ ਵਿੱਚ ਵੇਰੀ ਕਰਦਾ ਹੈ, ਠੀਕ ਹੈ। ਅਤੇ ਜੇ ਅਸੀਂ ਉਸ ਚੀਜ਼ ਨੂੰ ਸਪੀਸ਼ੀਜ਼ ਦੀ ਰਿਚਨੈਸ ਨੂੰ ਕਿਸੇ ਗ੍ਰਾਫ ਦੀ ਫੋਰਮ ਦੇ ਵਿੱਚ ਪਲਾਟ ਕਰੀਏ ਤਾਂ ਸਾਡੇ ਕੋਲ ਇੱਕ ਕਰਵ ਆਉਂਦਾ ਹੈ, ਠੀਕ ਹੈ। ਉਸ ਤੋਂ ਪਹਿਲਾਂ ਤੁਸੀਂ ਇੱਕ ਚੀਜ਼ ਸਮਝਣੀ ਆ ਕਿ ਜਦੋਂ ਵੀ ਆਪਾਂ ਸਪੋਜ਼ ਕਿ ਅਸੀਂ ਬਾਇਓਡਾਇਵਰਸਿਟੀ ਦੇਖਣੀ ਆ, ਠੀਕ ਹੈ। ਪਹਿਲਾਂ ਤੁਸੀਂ ਆਪਣਾ ਵਿਲੇਜ ਵਾਲਾ ਕੋਈ ਏਰੀਆ ਦੇਖ ਲਓ, ਉਹਦੇ 'ਚ ਸਪੀਸ਼ੀਜ਼ ਕਿੰਨੀਆਂ ਨੇ। ਸਪੀਸ਼ੀਜ਼ ਮਤਲਬ ਸਾਰੇ ਜਿੰਨੇ ਵੀ ਬਰਡਸ ਆ, ਜਿੰਨੇ ਵੀ ਪਲਾਂਟਸ ਆ, ਜਾਂ ਜਿੰਨੇ ਵੀ ਇਨਸੈਕਟਸ ਨੇ, ਠੀਕ ਹੈ। ਉਹਨਾਂ ਦੀਆਂ ਸਪੀਸ਼ੀਜ਼ ਦਾ ਕੰਪੈਰੀਜ਼ਨ ਕਰੋਗੇ ਕਿਸੇ ਹੋਰ ਦੇ ਮੁਕਾਬਲੇ ਤਾਂ ਤੁਹਾਡੇ ਇੱਕ ਵਿਲੇਜ ਦੀਆਂ ਸਪੀਸ਼ੀਜ਼ ਜਿਹੜੀਆਂ ਆ ਉਹਨਾਂ ਦਾ ਨੰਬਰ ਘੱਟ ਹੋਊਗਾ ਐਜ਼ ਕੰਪੇਅਰ ਟੂ ਦ ਨੰਬਰ ਆਫ ਸਪੀਸ਼ੀਜ਼ ਪ੍ਰੈਜ਼ੈਂਟ ਇਨ ਅ ਟੋਟਲ ਸਿਟੀ, ਠੀਕ ਹੈ। ਇੱਕ ਵਿਲੇਜ ਅਤੇ ਇੱਕ ਸਿਟੀ ਦੀਆਂ ਨੰਬਰ ਆਫ ਸਪੀਸ਼ੀਜ਼ ਅਸੀਂ ਦੇਖਾਂਗੇ ਅਤੇ ਸਿਟੀ ਦੇ ਵਿੱਚ ਨੋ ਡਾਊਟ ਕਿ ਏਰੀਆ ਜ਼ਿਆਦਾ ਆ ਅਤੇ ਉੱਥੇ ਜ਼ਿਆਦਾ ਸਪੀਸ਼ੀਜ਼ ਹੋਣਗੀਆਂ, ਚਾਹੇ ਉਹ ਅਕੁਐਟਿਕ ਹੋਏ ਚਾਹੇ ਉਹ, ਕਿਉਂਕਿ ਵਾਟਰ ਬੋਡੀਜ਼ ਵੀ ਵੱਧ ਹੋਣਗੀਆਂ। ਹੁਣ ਕੀ ਆ ਕਿ ਜਦੋਂ ਅਸੀਂ ਕਿਸੇ ਸਿਟੀ ਦਾ ਕੰਪੈਰੀਜ਼ਨ ਕਿਸੇ ਸਟੇਟ ਦੇ ਨਾਲ ਕਰਾਂਗੇ, ਠੀਕ ਹੈ। ਮੰਨ ਲਓ ਤੁਸੀਂ ਕਿ ਇੱਕ ਸਿਟੀ ਕੋਈ ਵੀ ਕੰਸੀਡਰ ਕਰ ਲਓ, ਉਹਨੂੰ ਇੱਕ ਪੂਰੇ ਸਟੇਟ ਦੀਆਂ ਜਿੰਨੀਆਂ ਟੋਟਲ ਸਿਟੀਜ਼ ਨੇ ਉਹਨਾਂ ਦੇ ਕੰਪੈਰੇਟਿਵਲੀ ਦੇਖੋਗੇ ਤਾਂ ਉਹ ਵਾਲੀਆਂ ਜਿਹੜੀਆਂ ਸਾਡੇ ਕੋਲ ਸਟੇਟ ਦੀ ਬਾਕੀ ਡਾਇਵਰਸਿਟੀ ਆ ਉਹ ਸਿਟੀ ਦੇ ਕੰਪੈਰੇਟਿਵਲੀ ਵੱਧ ਹੋਏਗੀ, ਠੀਕ ਹੈ। ਇਹੀ ਚੀਜ਼ ਅਲੈਗਜ਼ੈਂਡਰ ਵੌਨ ਹੰਬੋਲਟ ਨੇ ਕਹੀ ਸੀ ਕਿ ਜਦੋਂ ਅਸੀਂ ਏਰੀਆ ਇਨਕਰੀਜ਼ ਕਰਦੇ ਹਾਂ, ਠੀਕ ਹੈ, ਕੋਈ ਵੀ ਏਰੀਆ ਜਿਹੜਾ ਆ ਉਹਨੂੰ ਜ਼ਿਆਦਾ ਇਨਕਰੀਜ਼ ਕਰਦੇ ਹਾਂ, ਉਹਨੂੰ ਚੈੱਕ ਕਰਦੇ ਹਾਂ ਅਤੇ ਉੱਥੇ ਦੀ ਜਿਹੜੀ ਸਪੀਸ਼ੀਜ਼ ਡਾਇਵਰਸਿਟੀ ਆ, ਉੱਥੋਂ ਦੀਆਂ ਜਿਹੜੀਆਂ ਨੰਬਰ ਆਫ ਸਪੀਸ਼ੀਜ਼ ਨੇ ਉਹਨਾਂ ਦਾ ਨੰਬਰ ਵੀ ਇਨਕਰੀਜ਼ ਹੁੰਦਾ ਹੈ, ਠੀਕ ਹੈ। Within a region, species richness increases when exposed area increases, but up to a certain limit. ਇੱਕ ਪਰਟੀਕੂਲਰ ਲਿਮਿਟ 'ਤੇ ਜਾ ਕੇ ਚੀਜ਼ਾਂ ਕੌਨਸਟੈਂਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਬਟ ਇੱਕ ਲਿਮਿਟ ਤੱਕ ਜਿਹੜਾ ਆ ਇਹ ਸਾਨੂੰ ਇਨਕਰੀਜ਼ਿੰਗ ਜਿਹੜਾ ਉਹ ਲੱਗੇਗਾ। ਅਤੇ ਜੇ ਅਸੀਂ ਇਹਦਾ ਗ੍ਰਾਫ ਪਲਾਟ ਕਰਾਂਗੇ ਤਾਂ ਇਹ ਕੁਝ ਇਸ ਤਰੀਕੇ ਦਾ ਆਏਗਾ, ਠੀਕ ਹੈ। ਪਹਿਲਾਂ ਇਨਕਰੀਜ਼ ਹੋ ਰਹੀ ਆ ਬਟ ਇੱਕ ਪਰਟੀਕੂਲਰ ਲੈਵਲ 'ਤੇ ਜਾ ਕੇ ਉਹ ਜਿਹੜੀ ਆ ਸਟੇਬਲ ਹੋ ਜਾਂਦੀ, ਸਟੈਡੀ ਹੋ ਜਾਂਦੀ ਹੈ, ਠੀਕ ਹੈ। ਅਤੇ ਜੇ ਅਸੀਂ ਇਹਨੂੰ ਜਿਹੜਾ ਸਾਡੇ ਕੋਲ ਇਹ ਕਰਵ ਆਉਂਦਾ ਆ, ਇਹਨੂੰ ਰਿਕਟੈਂਗੂਲਰ ਹਾਈਪਰਬੋਲਾ ਜਿਹੜਾ ਉਹ ਕਰਵ ਆਉਂਦਾ, ਜੇ ਅਸੀਂ ਇੱਕ ਸਾਈਡ 'ਤੇ ਸਪੀਸ਼ੀਜ਼ ਰਿਚਨੈਸ ਲਈਏ, ਦੂਜੀ ਸਾਈਡ 'ਤੇ ਏਰੀਆ ਲਈਏ, ਠੀਕ ਹੈ। ਹੁਣ ਜਦੋਂ ਅਸੀਂ ਇਹੀ ਕਰਵ ਨੂੰ ਲੌਗ ਸਕੇਲ ਦੇ ਵਿੱਚ ਦੇਖਦੇ ਹਾਂ ਤਾਂ ਸਾਡੇ ਕੋਲ ਕੀ ਆਉਂਦੀ ਆ, ਇੱਕ ਸਟਰੇਟ ਲਾਈਨ ਆਉਂਦੀ ਆ। ਜਦੋਂ ਇਹਨੂੰ ਲੌਗ 'ਤੇ ਦੇਖੀਏ, ਠੀਕ ਹੈ, ਲੌਗ ਸਕੇਲ 'ਤੇ ਦੇਖਣ ਤੋਂ ਬਾਅਦ ਅਤੇ ਸਾਡੇ ਕੋਲ ਕੀ ਆਉਂਦੀ ਆ, ਇੱਕ ਸਟਰੇਟ ਲਾਈਨ ਆਉਂਦੀ ਆ ਜਿਹਦੇ ਵਿੱਚ ਸਾਡੇ ਕੋਲ ਕੀ ਆ, log s is equal to log c plus z log a, ਠੀਕ ਹੈ। ਇਹ ਵੈਲਿਊ ਆਉਂਦੀ ਆ ਜਿਹਦੇ ਵਿੱਚ ਅਸੀਂ ਦੇਖਾਂਗੇ ਕਿ ਇਹ ਕੀ ਰੀਪ੍ਰਜੈਂਟ ਕਰਦੇ, ਜਿਹਦੇ ਵਿੱਚ ਸਾਡੇ ਕੋਲ s ਰੀਪ੍ਰਜੈਂਟ ਕਰਦਾ ਸਪੀਸ਼ੀਜ਼ ਰਿਚਨੈਸ, ਠੀਕ ਹੈ। z ਰੀਪ੍ਰਜੈਂਟ ਕਰਦਾ ਸਲੋਪ ਆਫ ਲਾਈਨ, A represent is area and C is the y-intercept, ਠੀਕ ਹੈ। ਇਹਦੇ ਹੁਣ ਕੀ ਆ, ਜਦੋਂ ਇਹ ਇੱਦਾਂ ਦਾ ਸਾਡੇ ਕੋਲ ਕਰਵ ਆਉਂਦਾ ਆ ਉਹਦੇ ਵਿੱਚ ਜਿਹੜੀਆਂ ਵੈਲਿਊਜ਼ ਆਫ Z ਆਉਂਦੀਆਂ ਨੇ, ਠੀਕ ਹੈ। ਵੈਲਿਊ ਆਫ Z ਜਿਹੜੀ ਆ, ਵੈਲਿਊ ਆਫ Z, ਠੀਕ ਹੈ, ਇਹ ਵੇਰੀ ਕਰਦੀਆਂ ਨੇ। ਕਿੱਥੇ ਵੇਰੀ ਕਰਦੀਆਂ ਨੇ, ਜਦੋਂ ਤੇ ਨੋਰਮਲ ਏਰੀਆ ਹੋਏ ਕੋਈ, ਸਪੋਜ਼ ਕੋਈ ਵੀ ਨੋਰਮਲ ਏਰੀਆ ਉੱਥੇ ਜ਼ਿਆਦਾ ਸਪੀਸ਼ੀਜ਼ ਡਾਇਵਰਸਿਟੀ ਨਹੀਂ ਆ, ਜਿਵੇਂ ਆਪਣਾ ਪੰਜਾਬ ਲਗਾ ਲਓ ਕਿ ਉੱਥੇ ਮਾਊਂਟੇਨਸ ਦੀ ਜਿਹੜੀ ਅਮਾਊਂਟ ਆ ਜਾਂ ਅਕੁਐਟਿਕ ਬੋਡੀਜ਼ ਦੀ ਅਮਾਊਂਟ ਆ ਦੈਟ ਇਜ਼ ਲੈਸ ਕੰਪੈਰੇਟਿਵ ਟੂ ਅਦਰਸ, ਠੀਕ ਹੈ। ਉੱਥੇ ਕੀ ਹੁੰਦਾ ਆ, ਇਹ ਕੰਡੀਸ਼ਨ ਆ ਪਹਿਲੀ ਕਿ ਜਦੋਂ ਨੋਰਮਲ ਏਰੀਆ ਹੋਏ, ਠੀਕ ਹੈ, ਨੋਰਮਲ ਏਰੀਆ ਆਪਾਂ ਐਗਜ਼ਾਮਪਲ ਕਰ ਚੁੱਕੇ ਹਾਂ, ਉਹਦੇ ਵਿੱਚ ਕੀ ਆ, Z ਦੀ ਵੈਲਿਊ ਆਏਗੀ 0.1 to 0.2, ਠੀਕ ਹੈ, ਇਰਰਿਸਪੈਕਟਿਵ ਆਫ ਟੈਕਸੋਨੋਮਿਕ ਗਰੁੱਪ। ਇਹਦੇ ਵਿੱਚ ਇਹ ਵਾਲੀ ਜਿਹੜੀ ਵੈਲਿਊ ਹੁੰਦੀ ਹੈ ਨਾ, ਸਾਰੀਆਂ ਸਪੀਸ਼ੀਜ਼ ਲਈ ਹੁੰਦੀ ਹੈ। ਇਹ ਨਹੀਂ ਹੈ ਕਿ ਕਿਸੇ ਪਰਟੀਕੂਲਰ ਸਪੀਸ਼ੀਜ਼ ਲਈ ਜਾਂ ਕਿਸੇ ਬਰਡ ਲਈ ਆ, ਜਿੰਨੀਆਂ ਵੀ ਸਪੀਸ਼ੀਜ਼ ਆਉਂਦੀਆਂ ਨੇ ਟੋਟਲ ਉਹਨਾਂ ਦਾ ਅਸੀਂ ਟੈਕਸੋਨੋਮਿਕ ਗਰੁੱਪ ਨਹੀਂ ਦੇਖਣਾ ਇੱਥੇ, ਉਹਦੀ ਇਹ ਵੈਲਿਊ ਹੈ, ਠੀਕ ਹੈ। ਅਤੇ ਜੇ ਸਾਡੇ ਕੋਲ ਸੈਕਿੰਡ, ਇਹ ਸਾਡੀ ਕਿਸੇ ਫਸਟ ਕੰਡੀਸ਼ਨ। ਸੈਕਿੰਡ ਕੰਡੀਸ਼ਨ ਆ, ਜੇ ਸਾਡੇ ਕੋਲ ਕੀ ਹੋਏ, ਵੈਰੀ ਲਾਰਜ ਏਰੀਆ, ਜੇ ਬਹੁਤ ਲਾਰਜ ਏਰੀਆ ਹੋਏ ਅਤੇ ਉਹਦੇ ਵਿੱਚ ਸਾਡੇ ਕੋਲ ਜਿਹੜੀ Z ਦੀ ਵੈਲਿਊ ਆ, ਮੰਨ ਲਓ ਤੁਸੀਂ ਪੂਰਾ ਕੌਂਟੀਨੈਂਟ ਹੀ, ਇੱਕ ਐਗਜ਼ਾਮਪਲ ਵੀ ਲਿਖ ਲਓ ਇੱਥੇ,
ਇੰਟਾਇਰ ਕੌਂਟੀਨੈਂਟ, ਪੂਰਾ ਕੌਂਟੀਨੈਂਟ ਜਿਹੜਾ ਆ ਉਹਦੀ ਐਗਜ਼ਾਮਪਲ ਲੈ ਰਹੇ ਹਾਂ ਤੁਸੀਂ, ਠੀਕ ਹੈ। ਇਹਦੇ ਵਿੱਚ ਜਿਵੇਂ ਨੋਰਮਲ ਏਰੀਆ ਦੇ ਵਿੱਚ ਜੇ ਤੁਸੀਂ ਇੱਥੇ ਕੌਂਟੀਨੈਂਟ ਲੈ ਰਹੇ ਹੋ ਤਾਂ ਇੰਡੀਆ ਦੀ ਐਗਜ਼ਾਮਪਲ ਪੂਰੇ ਦੀ ਕਰੋਗੇ, ਜਦੋਂ ਇਹਦਾ ਸਾਰੇ ਦਾ ਲੌਗ ਦੇ ਸਕੇਲ 'ਤੇ ਦੇਖਿਆ ਜਾਏਗਾ ਤਾਂ ਉਦੋਂ ਇਹਦੀ ਵੈਲਿਊ ਇੰਨੀ ਆਏਗੀ। ਹੁਣ ਪੂਰਾ ਕੌਂਟੀਨੈਂਟ ਆ, ਉਹਦੇ ਵਿੱਚ ਕਿੰਨੀਆਂ ਸਾਰੀਆਂ, ਕਿੰਨੇ ਸਮੁੰਦਰ ਆ ਜਾਂਦਾ ਹੈ, ਕਿੰਨੇ ਉਹਦੇ ਵਿੱਚ ਆ ਜਾਂਦੀਆਂ ਨੇ ਦਰਿਆ ਆ ਜਾਂਦੇ, ਕਿੰਨੇ ਸਾਰੇ ਦੇਸ਼ ਆ ਜਾਂਦੇ ਆ, ਕਿੰਨੇ ਫੋਰੈਸਟ ਆ ਜਾਂਦੇ, ਇਸ ਕਰਕੇ ਉਹਦੀ ਵੈਲਿਊ ਕੀ ਹੋਏਗੀ 0.6 to 1.2, ਠੀਕ ਹੈ। ਅਤੇ ਬਟ ਉਹਦੀ ਜਿਹੜੀ ਸਲੋਪ ਹੋਏਗੀ ਉਹ ਹੋਰ ਜ਼ਿਆਦਾ ਸਟੀਪਰ ਜਿਹੜੀ ਆ ਹੋ ਜਾਏਗੀ, ਠੀਕ ਹੈ। ਹੁਣ ਕੀ ਆ ਜਿਹੜੀ ਇੱਦਾਂ ਦੀ ਵੈਲਿਊ ਆ ਇਹਦੇ ਵਿੱਚ ਜਿਵੇਂ ਇਹ ਸ਼ੋਅ ਕਰਦਾ ਪਿਆ ਜਿਹੜਾ ਅਸੀਂ ਗ੍ਰਾਫ ਕੀਤਾ ਸੀਗਾ ਕਿ ਇਹਦੀ ਵੈਲਿਊ ਵੇਰੀ ਕਰਦੀ ਹੈ, ਇੱਕ ਪਰਟੀਕੂਲਰ ਲੈਵਲ 'ਤੇ ਜਾ ਕੇ ਕੌਨਸਟੈਂਟ ਹੋ ਜਾਂਦੀ ਹੈ, ਬਟ ਸਾਰਿਆਂ ਦੀ ਸਿਮਿਲਰ ਜਿਹੜੀ ਆ ਉਹ ਨਹੀਂ ਹੁੰਦੀ, ਠੀਕ ਹੈ। ਉਸ ਤੋਂ ਬਾਅਦ ਹੁਣ ਕੀ ਆ ਕਿ ਜਿਹੜਾ ਸਾਡੇ ਕੋਲ ਨੈਕਸਟ ਹੈ ਸਾਡੇ ਕੋਲ ਇਹਦੇ ਵਿੱਚ ਹੀ ਸਪੀਸ਼ੀਜ਼ ਏਰੀਆ ਰਿਲੇਸ਼ਨਸ਼ਿਪ ਵਿੱਚ ਜਿਵੇਂ ਅਸੀਂ ਹੁਣ ਤੱਕ ਜਿਹੜੀ ਗੱਲ ਕੀਤੀ ਉਹ ਅਲੈਗਜ਼ੈਂਡਰ ਵੌਨ ਹੈਮਬੋਲਟ ਨੇ ਦਿੱਤੀ ਸੀ। ਉਸ ਤੋਂ ਬਾਅਦ ਡੇਵਿਡ ਟਿਲਮੈਨ ਜਿਹੜਾ ਆ ਉਹਨੇ ਇੱਕ ਗੱਲ ਕਹੀ ਆ, ਡੇਵਿਡ ਟਿਲਮੈਨ ਨੇ, ਠੀਕ ਹੈ। ਉਹਨੇ ਕੀ ਕਿਹਾ ਕਿ ਉਹਨੇ ਵਰਡ ਪਲਾਟ ਯੂਜ਼ ਕੀਤਾ ਜਾਂ ਲੈਂਡ ਯੂਜ਼ ਕੀਤਾ ਕਿਸੇ ਏਰੀਆ ਵਾਸਤੇ, ਠੀਕ ਹੈ। ਉਹਨੇ ਕਿਹਾ ਕਿ ਜਿਹੜੇ ਵੀ ਲੈਂਡ ਦੇ ਵਿੱਚ ਜਾਂ ਜਿਹੜੇ ਵੀ ਪਲਾਟ ਦੇ ਵਿੱਚ ਲੈਂਡ ਔਰ ਪਲਾਟ ਵਿਚ ਹੈਜ਼ ਮੋਰ ਨੰਬਰ ਆਫ ਸਪੀਸ਼ੀਜ਼ which has more number of species, less year to year variation in biomass। ਉਹਦੇ ਕਹਿਣ ਦਾ ਕੀ ਮਤਲਬ ਸੀਗਾ, ਉਹਨੇ ਕਿਹਾ ਡੇਵਿਡ ਟਿਲਮੈਨ ਨੇ ਕਿ ਜਿਹੜਾ ਕੋਈ ਏਰੀਆ ਆ, ਸਪੋਜ਼ ਤੁਸੀਂ ਦੋ ਏਰੀਆਜ਼ ਕੰਪੇਅਰ ਕਰ ਲਓ, ਇੱਕ ਇੱਥੇ ਗ੍ਰਾਸ ਲੈਂਡ ਆ ਸਪੋਜ਼ ਐਂਡ ਸੈਕਿੰਡ ਆ ਸਾਡੇ ਕੋਲ ਕੋਈ ਫੋਰੈਸਟ ਵਾਲਾ, ਕੋਈ ਜਿਹਦੇ ਵਿੱਚ ਬਹੁਤ ਸਾਰਾ ਏਰੀਆਜ਼ ਨੇ, ਬਹੁਤ ਸਾਰੀ ਤਰ੍ਹਾਂ ਦੀ ਵੇਰੀਏਸ਼ਨ ਆ, ਠੀਕ ਹੈ। ਹੁਣ ਉਹਨੇ ਕਿਹਾ ਕਿ ਜਿਹਦੇ ਵਿੱਚ ਜ਼ਿਆਦਾ ਨੰਬਰ ਆਫ ਸਪੀਸ਼ੀਜ਼ ਨੇ ਆਲਰੇਡੀ, ਉਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਵੇਰੀਏਸ਼ਨ ਘੱਟ ਆਉਂਦੀ ਆ। ਹੁਣ ਇੱਥੇ ਅਸੀਂ ਵਜ੍ਹਾ ਦੇਖਾਂਗੇ, ਜਿਵੇਂ ਇਹ ਗ੍ਰਾਸ ਲੈਂਡ ਆ, ਸਿਰਫ ਇੱਥੇ ਗ੍ਰਾਸਿਸ ਹੀ ਨੇ, ਅਤੇ ਜਦੋਂ ਇੱਕ ਪਰਟੀਕੂਲਰ ਰੀਜ਼ਨ ਉਹਨਾਂ ਦਾ ਫੇਵਰੇਬਲ ਸੀਜ਼ਨ ਆਇਆ ਅਤੇ ਉਹ ਗਰੋ ਕਰਦੇ ਆ ਐਂਡ ਅਲਟੀਮੇਟਲੀ ਉਹਨਾਂ ਦੀ ਜਿਹੜੀ ਉਹ ਖਤਮ ਹੋ ਜਾਂਦੇ ਆ, ਡਰਾਈ ਹੋ ਜਾਂਦੇ ਆ, ਅਤੇ ਉਹਦੇ ਨਾਲ ਕੀ ਆ ਅਗਲੀ ਵਾਰ ਜਦੋਂ ਉੱਥੇ ਦੁਬਾਰਾ ਕੋਈ ਚੀਜ਼ ਹੋਣੀ ਆ ਅਤੇ ਉੱਥੇ ਵੇਰੀਏਸ਼ਨ ਜਿਹੜੀ ਆਊਗੀ, ਬਾਇਓਮਾਸ ਦੇ ਵਿੱਚ ਵੈਰਾਈਟੀ ਆਊਗੀ। ਬਟ ਜਿਵੇਂ ਜਿਹੜਾ ਫੋਰੈਸਟ ਆ ਉਹਦੇ ਵਿੱਚ ਨੋ ਡਾਊਟ ਕਿ ਆਲਰੇਡੀ ਵੈਰਾਈਟੀ ਹੈਗੀ, ਕਿਉਂਕਿ ਪਹਿਲਾਂ ਹੀ ਬਹੁਤ ਸਾਰੀਆਂ ਸਪੀਸ਼ੀਜ਼ ਨੇ, ਉਹ ਕਦੀ ਵੀ ਪੂਰਾ ਏਰੀਆ ਖਾਲੀ ਨਹੀਂ ਹੁੰਦਾ, ਕਦੀ ਵੀ ਪੂਰਾ ਏਰੀਆ ਡਰਾਈ ਨਹੀਂ ਹੁੰਦਾ, ਕਦੀ ਵੀ ਪੂਰਾ ਏਰੀਆ ਡੈਸੀਕੇਟ ਨਹੀਂ ਹੁੰਦਾ ਜਾਂ ਉੱਥੋਂ ਦੀਆਂ ਸਪੀਸ਼ੀਜ਼ ਖਤਮ ਨਹੀਂ ਹੁੰਦੀਆਂ, ਠੀਕ ਹੈ। ਅਤੇ ਉੱਥੇ ਆਲਰੇਡੀ ਜਿੰਨਾ ਸਾਰਾ ਬਾਇਓਮਾਸ ਆ ਉਹ ਇੱਦਾਂ ਹੀ ਰਹਿੰਦਾ ਹੈ, ਠੀਕ ਹੈ। ਇਹ ਕਿਹਾ ਸੀ ਡੇਵਿਡ ਟਿਲਮੈਨ ਨੇ ਕਿ ਜਿੱਥੇ ਆਲਰੇਡੀ ਜ਼ਿਆਦੀਆਂ ਸਪੀਸ਼ੀਜ਼ ਨੇ ਉੱਥੇ ਜ਼ਿਆਦਾ ਵੈਰਾਈਟੀ ਨਹੀਂ ਆਉਂਦੀ ਬਾਇਓਮਾਸ ਦੀ, ਠੀਕ ਹੈ। ਉਸ ਤੋਂ ਬਾਅਦ ਆ ਸਾਡੇ ਕੋਲ ਰੇਵਟ ਪੋਪਰ ਹਾਈਪੋਥਸਿਸ। ਰੇਵਟ ਪੋਪਰ ਨੇ ਕਿਹਾ ਸੀਗਾ, ਰੇਵਟ ਪੋਪਰ ਹਾਈਪੋਥਸਿਸ ਕੀ ਕਹਿੰਦਾ ਆ, ਪੌਲ ਇਨਰਿਚ ਸਾਇੰਟਿਸਟ ਨੇ ਦਿੱਤਾ ਸੀ ਇਹ ਵਾਲਾ, ਠੀਕ ਹੈ। ਉਹਨੇ ਕੀ ਕਿਹਾ ਸੀਗਾ, ਕਹਿੰਦਾ ਕਿ ਜਿਵੇਂ ਬਾਇਓਡਾਇਵਰਸਿਟੀ ਆ ਉਹਦੇ ਲਾਸ ਹੋਣ ਦਾ ਜਿਹੜਾ ਖਤਰੇ ਆ ਉਹ ਕਿਹੜੇ ਕਿਹੜੇ ਆ, ਠੀਕ ਹੈ। ਇਹਦੇ ਐਗਜ਼ਾਮਪਲ ਦਿੱਤੀ ਉਹਨੇ ਇੱਥੇ ਕਿ ਜਿਵੇਂ ਜਿਹੜੇ ਨੇਲਸ ਹੁੰਦੇ ਨੇ, ਜਿਹੜੇ ਨਟ ਹੁੰਦੇ ਨੇ, ਠੀਕ ਹੈ, ਕਿਸੇ ਜਹਾਜ਼ ਦੇ ਜਿਹੜੇ ਹਰ ਕੋਈ ਪੈਸੇਂਜਰ ਜਾਵੇ ਅਤੇ ਜਾ ਕੇ ਉਹਨਾਂ ਨੂੰ ਸਕਰਿਊ ਨੂੰ ਉਹਦਾ ਢਿੱਲਾ ਕਰ ਆਵੇ, ਠੀਕ ਹੈ, ਹਰੇਕ ਜਾਵੇ ਅਤੇ ਉਹਨੂੰ ਮਤਲਬ ਸਪੋਜ਼ ਇੱਕ ਪੈਸੇਂਜਰ ਵੀ ਇੱਕ ਨਟ ਲੈ ਕੇ ਆਵੇ, ਅਤੇ ਉਹਨੇ ਕਿਹਾ ਸੀ ਇਸੇ ਤਰ੍ਹਾਂ ਹੀ ਜਿਹੜੀ ਅਤੇ ਅਲਟੀਮੇਟਲੀ ਉਹ ਤਾਂ ਪਲੇਨ ਕਰੈਸ਼ ਹੀ ਹੋਏਗਾ ਨਾ, ਠੀਕ ਹੈ। ਉਹਨੇ ਕਿਹਾ ਸੀ ਸੇਮ ਉਸੇ ਤਰ੍ਹਾਂ ਜਿਹੜੀ ਬਾਇਓਡਾਇਵਰਸਿਟੀ ਆ, ਜੇ ਉਹਨੂੰ ਅਸੀਂ ਛੋਟੇ ਛੋਟੇ ਲੋਸ ਵੱਲ ਧਿਆਨ ਨਹੀਂ ਦਿਆਂਗੇ ਕਿ ਹਾਂਜੀ ਅੱਜ ਲੋਸ ਹੋ ਰਿਹਾ ਬਾਇਓਡਾਇਵਰਸਿਟੀ ਦਾ, ਅੱਜ ਹਿਊਮਨ ਆਪਣੀ ਯੂਜ਼ ਕਰਕੇ ਕੱਟ ਰਿਹਾ ਉਹਨੂੰ ਦਰਖਤਾਂ ਨੂੰ, ਅਤੇ ਅਸੀਂ ਸੋਚੀਏ ਵੀ ਕੋਈ ਫਰਕ ਨਹੀਂ ਪੈਂਦਾ, ਕਹਿੰਦੇ ਨਹੀਂ, ultimately this will lead to a more damage to the environment or the biodiversity as the plane get damaged when we take out nail every time, when every passenger take out the nail from the plane, ठीक है, this will ultimately crash. So this is the Revert Popper hypothesis.